ਔਰ ਇਹਦੇ ਬੜੇ ਵੱਖਰੇ ਵੱਖਰੇ ਕਾਰਨ ਨੇ ਜਿਹਦੇ ਕਰਕੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਬੱਚੀਆਂ ਵੀ ਲਾਪਤਾ ਹੋ ਰਹੀਆਂ ਨੇ ਤੇ ਬਾਲਗ ਔਰਤਾਂ ਵੀ ਲਾਪਤਾ ਹੋ ਰਹੀਆਂ ਨੇ। ਲਾਅ ਐਂਡ ਆਰਡਰ ਤੇ ਕਾਨੂੰਨ ਦਾ ਬਹੁਤ ਜ਼ਿਆਦਾ ਬੜੀ ਵੱਡੀ ਫੇਲਿਅਰ ਹੈ। ਇੱਕ ਤੇ ਕੁੜੀਆਂ ਛੋਟੀ ਉਮਰ ਦੇ ਵਿੱਚ ਸਮਝਦੀਆਂ ਨਹੀਂ ਕਿ ਉਹ ਕੀ ਕਦਮ ਚੁੱਕ ਰਹੀਆਂ ਨੇ। ਇਹਦੇ ਪਿੱਛੇ ਬਹੁਤ ਵੱਡੇ ਗਿਰੋਹ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਕੁੜੀਆਂ ਨੂੰ ਫਸਾਉਣਾ ਕਿੱਦਾਂ ਹੈ, ਉਹਨਾਂ ਨੂੰ ਟਰੈਪ ਕਿਵੇਂ ਕਰਨਾ ਹੈ। ਉਹਨਾਂ ਨੂੰ ਝਾਂਸਾ ਦਿੰਦੇ ਹੈ ਕਿ ਤੁਹਾਡੇ ਨਾਲ ਵਿਆਹ ਕਰਾਂਗੇ, ਜਾਂ ਉਹਨਾਂ ਨੂੰ ਝਾਂਸਾ ਦਿੰਦੇ ਨੇ ਕਿ ਤੁਹਾਡੀਆਂ ਅੱਛੀਆਂ ਨੌਕਰੀਆਂ ਲਗਵਾਵਾਂਗੇ। ਮਾਂ ਪਿਓ ਨੇ ਉਹਨਾਂ ਨੂੰ ਜ਼ਿਆਦਾ ਬਾਹਰ ਨਿਕਲਣ ਨਹੀਂ ਦਿੱਤਾ ਹੁੰਦਾ। ਇੱਥੇ ਆ ਕੇ ਇੱਕਦਮ ਉਹਨਾਂ ਦੇ ਸਾਹਮਣੇ ਇੱਕ ਨਵੀਂ ਦੁਨੀਆ ਖੁੱਲ੍ਹਦੀ ਹੈ। ਉਹ ਦੇਖਦੇ ਨੇ ਕਿ ਇੱਥੇ ਅਮੀਰਾਂ ਦੇ ਬੱਚੇ ਬੜਾ ਪੈਸਾ ਖਰਚ ਕਰਦੇ ਨੇ, ਬੜੇ ਫੈਸ਼ਨੇਬਲੀ ਡਰੈਸ ਅਪ ਕਰਦੇ ਨੇ, ਗੱਡੀਆਂ 'ਚ ਘੁੰਮਦੇ ਨੇ, ਕੌਫੀ ਪੀਣ ਜਾਂਦੇ ਹੈ, ਰੈਸਟੋਰੈਂਟਸ 'ਚ ਜਾਂਦੇ ਨੇ, ਕਸੌਲੀ ਜਾਂਦੇ ਨੇ। ਇਸ ਤਰ੍ਹਾਂ ਦੇ ਇੱਕ ਵਾਰ ਚੱਕਰਵਿਊਹ ਦੇ ਵਿੱਚ ਜਿਹੜੀਆਂ ਕੁੜੀਆਂ ਫਸ ਜਾਂਦੀਆਂ ਨੇ, ਉਹਨਾਂ ਨੂੰ ਜਿਹੜੇ ਸਪਲਾਈ ਕਰਦੇ ਨੇ ਡਰੱਗਸ, ਫਿਰ ਉਹ ਅੱਗਿਓਂ ਉਹ ਬਲੈਕਮੇਲ ਕਰਦੇ ਨੇ ਤੇ ਉਹਨਾਂ ਦੇ ਕਾਬੂ 'ਚ ਆ ਜਾਂਦੀਆਂ ਨੇ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਤਾਂ ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਹੈ, ਕੇਂਦਰ ਸਰਕਾਰ ਦੇ ਵੱਲੋਂ ਇਸ ਰਿਪੋਰਟ ਨੂੰ ਜਨਤਕ ਕੀਤਾ ਗਿਆ, ਜਿਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੀ ਜਿਹੜੀ ਗੱਲ ਹੋਈ ਹੈ, ਜਿਸ ਦੇ ਵਿੱਚ ਔਰਤਾਂ ਤੇ ਨਾਬਾਲਿਗ ਜਿਹੜੀਆਂ ਅਸੀਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਲਾਪਤਾ ਹੋਣ ਦੀ ਜਿਹੜੀਆਂ ਸੂਚਨਾਵਾਂ ਸਾਹਮਣੇ ਆਈਆਂ ਨੇ। ਟਰਾਈ ਸਿਟੀ ਦੀ ਗੱਲ ਕਰੀਏ, ਅਸੀਂ ਯੂਟੀ ਦੀ ਗੱਲ ਕਰੀਏ, ਦਿੱਲੀ ਦੀ ਗੱਲ ਕਰੀਏ, ਜੰਮੂ ਕਸ਼ਮੀਰ ਦੀ ਗੱਲ ਕੀਤਾ, ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਕਾਫੀ ਜ਼ਿਆਦਾ ਮਾਮਲੇ ਜਿਹੜੇ ਸਾਹਮਣੇ ਆਏ ਨੇ, ਜੋ ਕਿ ਬਹੁਤ ਹੀ ਹੈਰਾਨ ਕਰਨ ਵਾਲੇ ਮਾਮਲੇ ਨੇ। ਕਿਉਂਕਿ ਟਰਾਈ ਸਿਟੀਆਂ ਦੀ ਯੂਟੀ ਦੀ ਗੱਲ ਕਰੀਏ ਤਾਂ ਜਿੱਥੇ ਪ੍ਰਸ਼ਾਸਨ ਬਹੁਤ ਹੀ ਸੰਜੀਦਾ ਹੈਗਾ, ਪਰ ਫਿਰ ਵੀ ਅਜਿਹੇ ਮਾਮਲਿਆਂ ਦਾ ਸਾਹਮਣੇ ਆਉਣਾ ਇੱਕ ਬੜਾ ਗੰਭੀਰ ਅਸੀਂ ਕਹਿ ਸਕਦੇ ਹਾਂ ਵਿਸ਼ਾ ਹੈਗਾ। ਇਸ ਗੰਭੀਰ ਵਿਸ਼ੇ 'ਤੇ ਗੱਲਬਾਤ ਕਰਨ ਲਈ ਇਹ ਮਾਮਲੇ ਕਿਉਂ ਸਾਹਮਣੇ ਆ ਰਹੇ ਨੇ, ਕਿਉਂ ਅਜਿਹੇ ਮਾਮਲੇ ਵੱਧ ਰਹੇ ਨੇ, ਇਹ ਜਿਹੜੀ ਤੁਹਾਨੂੰ ਅੰਕੜਾ ਦੱਸ ਰਿਹਾ 2019 ਤੋਂ ਲੈ ਕੇ 2021 ਦਾ ਜਿਹੜਾ ਅੰਕੜਾ ਹੈਗਾ, ਜਿਸ ਦੇ ਵਿੱਚ ਚੰਡੀਗੜ੍ਹ ਦੇ ਲਗਭਗ 4500 ਦੇ ਕਰੀਬ ਜਿਹੜੀ ਔਰਤਾਂ ਤੇ ਜਿਹੜੀ ਨਾਬਾਲਿਗ ਜਿਹੜੀ ਕਿ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਸਾਡੇ ਨਾਲ ਰਣਜੀਤ ਪਵਾਰ ਹੈਗੇ ਆ, ਜਿਹੜੇ ਕਿ ਸਾਬਕਾ PCS ਦੇ ਸਮਾਜ ਸੇਵਿਕਾ ਹੈਗੇ ਨੇ, ਰਾਈਟਰ ਵੀ ਹੈਗੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਾਰਨ ਹੈਗਾ। ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਹਮਦਰਦ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਮੈਨੂੰ ਬੁਲਾਉਣ ਦੇ ਲਈ ਬੜਾ ਧੰਨਵਾਦ। ਮੈਮ, ਜਿਹੜੇ ਅੰਕੜੇ ਸਾਹਮਣੇ ਆਏ ਨੇ ਇੱਕ ਚਿੰਤਾ ਦਾ ਵਿਸ਼ਾ ਹੈਗਾ, ਕਿਉਂਕਿ ਅਸੀਂ ਚੰਡੀਗੜ੍ਹ ਦੇ ਵਿੱਚ ਆਪਣੇ ਭਵਿੱਖ ਬਣਾਉਣ ਲਈ ਦੂਰ ਦਰਾਡੇ ਤੋਂ ਜਿਹੜੀਆਂ ਬੱਚੀਆਂ ਪੜ੍ਹਨ ਆਉਂਦੀਆਂ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਵਾਕਈ ਬੜਾ ਚਿੰਤਾਜਨਕ ਵਿਸ਼ਾ ਹੈ ਔਰ ਇਹਦੇ ਬੜੇ ਵੱਖਰੇ ਵੱਖਰੇ ਕਾਰਨ ਨੇ ਜਿਹਦੇ ਕਰਕੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਬੱਚੀਆਂ ਵੀ ਲਾਪਤਾ ਹੋ ਰਹੀਆਂ ਨੇ ਤੇ ਬਾਲਗ ਔਰਤਾਂ ਵੀ ਲਾਪਤਾ ਹੋ ਰਹੀਆਂ ਨੇ। ਜਿੱਥੇ ਤੱਕ ਬੱਚੀਆਂ ਦੇ ਲਾਪਤਾ ਹੋਣ ਦਾ ਸਵਾਲ ਹੈ, ਉੱਥੇ ਇੱਕ ਜੋ ਸਾਡਾ ਲਾਅ ਐਂਡ ਆਰਡਰ ਤੇ ਕਾਨੂੰਨ ਦਾ ਬਹੁਤ ਜ਼ਿਆਦਾ ਬੜੀ ਵੱਡੀ ਫੇਲਿਅਰ ਹੈ। ਉਹਦੇ 'ਚ ਕਿਤੇ ਅਸੀਂ ਸ਼ਾਇਦ ਇਹਨਾਂ ਨੂੰ ਇੱਕ ਮੋਰਲ ਅਪਬ੍ਰਿੰਗਿੰਗ ਅਸੀਂ ਆਪਣੇ ਯੰਗਸਟਰਸ ਨੂੰ ਨਹੀਂ ਦੇ ਪਾ ਰਹੇ ਹਾਂ। ਔਰ ਉਹ ਸਿਰਫ ਬੱਚੀਆਂ ਨਹੀਂ, ਮੁੰਡਿਆਂ ਦੇ ਲਈ ਵੀ ਹੈ, ਕਿਉਂਕਿ ਜਿੱਥੇ ਵੀ ਇਹ ਅਲੋਪ ਹੁੰਦੇ ਨੇ, ਆਪਣੀ ਮਰਜ਼ੀ ਨਾਲ ਜਾਂਦੇ ਨੇ, ਉੱਥੇ ਉਹਦੇ 'ਚ ਦੋਨਾਂ ਦਾ ਹੱਥ ਹੁੰਦਾ ਹੈ। ਅਤੇ ਉਹਦੇ ਪਿੱਛੇ ਵੀ ਇੱਕ ਤੇ ਕੁੜੀਆਂ ਛੋਟੀ ਉਮਰ ਦੇ ਵਿੱਚ ਸਮਝਦੀਆਂ ਨਹੀਂ ਕਿ ਉਹ ਕੀ ਕਦਮ ਚੁੱਕ ਰਹੀਆਂ ਨੇ, ਔਰ ਉਹਨਾਂ ਦੇ ਮੇਰਾ ਖਿਆਲ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਇੱਕ ਛੋਟਾ ਜਿਹਾ ਚੁੱਕਿਆ ਹੋਇਆ ਕਦਮ ਉਹਨਾਂ ਨੂੰ ਕਿੰਨੀ ਦੂਰ ਤੱਕ ਲੈ ਜਾਂਦਾ। ਦੂਸਰਾ, ਇਹਦੇ ਪਿੱਛੇ ਬਹੁਤ ਵੱਡੇ ਗਿਰੋਹ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਕੁੜੀਆਂ ਨੂੰ ਫਸਾਉਣਾ ਕਿੱਦਾਂ ਹੈ, ਉਹਨਾਂ ਨੂੰ ਟਰੈਪ ਕਿਵੇਂ ਕਰਨਾ ਹੈ। ਅਤੇ ਉਹ ਮੁੰਡਿਆਂ ਦੇ ਥਰੂ ਉਹਨਾਂ ਨੂੰ ਟਰੈਪ ਕਰਦੇ ਨੇ, ਉਹਨਾਂ ਨੂੰ ਝਾਂਸਾ ਦਿੰਦੇ ਹੈ ਕਿ ਤੁਹਾਡੇ ਨਾਲ ਵਿਆਹ ਕਰਾਂਗੇ, ਜਾਂ ਉਹਨਾਂ ਨੂੰ ਝਾਂਸਾ ਦਿੰਦੇ ਨੇ ਕਿ ਤੁਹਾਡੀਆਂ ਅੱਛੀਆਂ ਨੌਕਰੀਆਂ ਲਗਵਾਵਾਂਗੇ, ਤੁਹਾਨੂੰ ਫਿਲਮਾਂ ਦੇ ਵਿੱਚ ਕੰਮ ਦਿਆਂਗੇ, ਤੁਹਾਨੂੰ ਮਾਡਲਿੰਗ ਦੇ ਲਈ ਲੈ ਕੇ ਜਾਵਾਂਗੇ। ਔਰ ਇਸ ਝਾਂਸੇ ਦਾ ਸ਼ਿਕਾਰ ਹੋ ਕੇ ਜਿਹੜੀਆਂ ਸਪੈਸ਼ਲੀ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਦੀਆਂ ਕੁੜੀਆਂ ਨੇ, ਜਿਨ੍ਹਾਂ ਦੀਆਂ
ਜ਼ਰੂਰਤਾਂ ਉਹਨਾਂ ਨੇ ਬਹੁਤ ਵਧਾ ਲਈਆਂ ਨੇ, ਪਰ ਉਸ ਹਿਸਾਬ ਦੇ ਨਾਲ ਖਰਚੇ ਨਹੀਂ ਮਿਲਦੇ। ਉਹ ਇਸ ਗਿਰੋਹਾਂ ਦਾ ਸ਼ਿਕਾਰ ਬਣ ਜਾਂਦੀਆਂ ਨੇ। ਔਰ ਇਹ ਗਿਰੋਹ ਕਿਉਂ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ? ਕਿਹੜੇ ਇਹਨਾਂ ਦੇ ਸਰਪ੍ਰਸਤ ਨੇ? ਕਿਹੜੇ ਐਸੇ ਪਾਵਰਫੁਲ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੀ ਪ੍ਰੋਟੈਕਸ਼ਨ ਹਾਸਲ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਔਰ ਜਿੱਥੇ ਤੱਕ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਇੱਥੇ ਛੋਟੇ ਛੋਟੇ ਪਿੰਡਾਂ ਤੋਂ, ਕਸਬਿਆਂ ਤੋਂ, ਛੋਟੇ ਸ਼ਹਿਰਾਂ ਤੋਂ ਬਹੁਤ ਸਾਰੇ ਸਟੂਡੈਂਟਸ ਪੜ੍ਹਨ ਆਏ ਹੋਏ ਨੇ। ਪਿੱਛੇ ਘਰਾਂ ਦੇ ਵਿੱਚ ਉਹਨਾਂ ਨਾਲ ਬਹੁਤ ਟ੍ਰੈਡੀਸ਼ਨਲ ਤਰ੍ਹਾਂ ਦਾ ਮਾਹੌਲ ਹੁੰਦਾ ਹੈ। ਮਾਂ ਪਿਓ ਨੇ ਉਹਨਾਂ ਨੂੰ ਜ਼ਿਆਦਾ ਬਾਹਰ ਨਿਕਲਣ ਨਹੀਂ ਦਿੱਤਾ ਹੁੰਦਾ। ਇੱਥੇ ਆ ਕੇ ਇੱਕਦਮ ਉਹਨਾਂ ਦੇ ਸਾਹਮਣੇ ਇੱਕ ਨਵੀਂ ਦੁਨੀਆ ਖੁੱਲ੍ਹਦੀ ਹੈ। ਉਹ ਦੇਖਦੇ ਨੇ ਕਿ ਇੱਥੇ ਅਮੀਰਾਂ ਦੇ ਬੱਚੇ ਬੜਾ ਪੈਸਾ ਖਰਚ ਕਰਦੇ ਨੇ, ਬੜੇ ਫੈਸ਼ਨੇਬਲੀ ਡਰੈਸ ਅਪ ਕਰਦੇ ਨੇ, ਗੱਡੀਆਂ 'ਚ ਘੁੰਮਦੇ ਨੇ, ਕੌਫੀ ਪੀਣ ਜਾਂਦੇ ਹੈ, ਰੈਸਟੋਰੈਂਟਸ 'ਚ ਜਾਂਦੇ ਨੇ, ਕਸੌਲੀ ਜਾਂਦੇ ਨੇ। ਔਰ ਇਹ ਜ਼ਾਹਰ ਹੈ ਕਿ ਕੋਈ ਵੀ ਬੱਚਾ ਜਦੋਂ ਇਹ ਸਭ ਦੇਖੇਗਾ, ਉਹਦੇ ਅੰਦਰ ਵੀ ਦਿਲ ਕਰਦਾ ਉਹਦਾ ਕਿ ਮੈਂ ਵੀ ਸਾਰਾ ਕੁਛ ਇਹ ਕਰਾਂ, ਮੈਂ ਵੀ ਇਸ ਗਰੁੱਪ ਦਾ ਹਿੱਸਾ ਬਣਾ। ਔਰ ਉੱਥੇ ਉਹਨਾਂ ਨੂੰ ਫਸਾ ਲਿਆ ਜਾਂਦਾ ਹੈ ਕਿ ਮੁੰਡੇ ਉਹਨਾਂ ਨੂੰ ਇਹ ਛੋਟੀਆਂ ਛੋਟੀਆਂ ਲਾਲਚ ਦੇ ਕੇ, ਗਿਫਟਸ ਦੇ ਕੇ ਉਹਨਾਂ ਨੂੰ ਫਸਾ ਲੈਂਦੇ ਨੇ। ਔਰ ਉਸ ਤੋਂ ਅੱਗੇ ਉਹਨਾਂ ਨੂੰ ਬਲੈਕਮੇਲ ਵੀ ਕਰਦੇ ਨੇ, ਔਰ ਉਹ ਇਸ ਤਰੀਕੇ ਨਾਲ ਵੀ ਕੁਰਾਹੇ ਪੈਂਦੀਆਂ ਨੇ। ਦੂਸਰਾ ਸਭ ਤੋਂ ਵੱਡਾ ਕਾਰਨ ਜਿਹੜਾ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ, ਡਰੱਗਸ ਸਾਡੇ ਯੂਥ ਨੂੰ ਬਰਬਾਦ ਕਰ ਰਿਹਾ, ਤਬਾਹ ਕਰ ਰਿਹਾ। ਕੋਈ ਵੀ ਮੁੰਡਾ ਜਾਂ ਕੁੜੀ ਜਿਹੜਾ ਇੱਕ ਵਾਰ ਡਰੱਗਸ ਦੇ ਕਾਬੂ ਵਿੱਚ ਆ ਜਾਏ, ਡਰੱਗਸ ਲੈਣਾ ਸ਼ੁਰੂ ਕਰ ਦੇ, ਉਹਦੇ ਬਿਨਾਂ ਤਾਂ ਉਹ ਰਹਿ ਨਹੀਂ ਸਕਦਾ। ਔਰ ਡਰੱਗਸ ਦੇ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ, ਬੜੀ ਮਹਿੰਗੀ ਚੀਜ਼ ਹੈ। ਉਹਨਾਂ ਦੀ ਬੋਡੀ ਇੰਨੀ ਡਿਪੈਂਡੈਂਟ ਹੋ ਜਾਂਦੀ ਹੈ ਡਰੱਗਸ ਦੇ ਉੱਤੇ ਕਿ ਫਿਰ ਉਹ ਕੁਛ ਵੀ ਕਰਨਗੇ ਉਹ ਪੈਸਾ ਹਾਸਲ ਕਰਨ ਦੇ ਲਈ। ਚੋਰੀ ਚਕਾਰੀ ਵੀ ਕਰਨਗੇ, ਔਰ ਕੁੜੀਆਂ ਪ੍ਰੋਸਟੀਟਿਊਸ਼ਨ ਵੀ ਕਰਨਗੀਆਂ, 400 BC ਵੀ ਕਰਨਗੇ। ਇਸ ਤਰ੍ਹਾਂ ਦੇ ਇੱਕ ਵਾਰ ਚੱਕਰਵਿਊਹ ਦੇ ਵਿੱਚ ਜਿਹੜੀਆਂ ਕੁੜੀਆਂ ਫਸ ਜਾਂਦੀਆਂ ਨੇ, ਉਹਨਾਂ ਨੂੰ ਜਿਹੜੇ ਸਪਲਾਈ ਕਰਦੇ ਨੇ ਡਰੱਗਸ, ਫਿਰ ਉਹ ਅੱਗਿਓਂ ਉਹ ਬਲੈਕਮੇਲ ਕਰਦੇ ਨੇ ਅਤੇ ਉਹਨਾਂ ਦੇ ਕਾਬੂ 'ਚ ਆ ਜਾਂਦੀਆਂ ਨੇ। ਫਿਰ ਉਹ ਵਾਪਸ ਜਾਣ ਦਾ ਉਹਨਾਂ ਦਾ ਰਸਤਾ ਨਹੀਂ ਰਹਿੰਦਾ। ਸਭ ਤੋਂ ਵੱਡਾ ਸਵਾਲ ਇੱਥੇ ਜਿਹੜਾ ਪੁੱਛਣ ਵਾਲਾ ਇਹ ਹੈਗਾ ਕਿ ਜਿਹੜੇ ਸਾਡੇ ਲਾਅ, ਸਾਡੀ ਐਡਮਿਨਿਸਟ੍ਰੇਸ਼ਨ, ਸਾਡੀਆਂ ਪਾਲਿਸੀਆਂ ਬਣਾਉਣ ਵਾਲੇ ਨੇ, ਉਹ ਇਸ ਦੇ ਬਾਰੇ ਕੀ ਕਰ ਰਹੇ ਨੇ? ਕੀ ਇਹ ਮੁਮਕਿਨ ਹੈ ਕਿ ਕਿਸੇ ਵੀ ਇਲਾਕੇ ਦੇ ਵਿੱਚ ਇੱਕ ਗਿਰੋਹ ਕੰਮ ਕਰ ਰਿਹਾ ਹੋਵੇ, ਇੱਕ ਰੈਕਟ ਚੱਲ ਰਿਹਾ ਹੋਵੇ, ਚਾਹੇ ਉਹ ਪ੍ਰੋਸਟੀਟਿਊਸ਼ਨ ਦਾ, ਚਾਹੇ ਉਹ ਡਰੱਗਸ ਦਾ, ਉਹਦੇ ਬਾਰੇ ਉੱਥੇ ਦੀ ਪੁਲਿਸ ਨੂੰ ਨਾ ਪਤਾ ਹੋਵੇ, ਉਹਦੇ ਬਾਰੇ ਉੱਥੇ ਦੇ MLA ਨੂੰ ਨਾ ਪਤਾ ਹੋਵੇ? ਬਹੁਤ ਅਫਸੋਸਨਾਕ ਇਹ ਗੱਲ ਹੈ ਕਿ ਇਹ ਇੰਨਾ ਵੱਡਾ ਜਾਲ ਫੈਲਿਆ ਹੋਇਆ ਹੈ ਕਿ ਬਹੁਤ ਸਾਰੇ ਲੋਕ ਇਹਦੇ ਤੋਂ ਪ੍ਰੋਫਿਟ ਕਰ ਰਹੇ ਨੇ ਅਨਫੋਰਚੂਨੇਟਲੀ। ਅਤੇ ਉਹ ਜਿਹੜੇ ਡੀਲਰਸ ਨੇ ਇਸ ਤਰ੍ਹਾਂ ਦੇ, ਜਿਹੜੇ ਬੱਚੀਆਂ ਨੂੰ ਫਸਾਉਂਦੇ ਨੇ ਔਰ ਅੱਗੇ ਉਹਨਾਂ ਦੀ ਤਜਾਰਤ ਕਰਦੇ ਨੇ, ਉਹਨਾਂ ਨੂੰ ਵੇਚਿਆ ਵੀ ਜਾਂਦਾ ਹੈਗਾ, ਉਹਨਾਂ ਦੇ ਪਿੱਛੇ ਵੀ ਜਦ ਤੱਕ ਕਿਸੇ ਪਾਵਰਫੁਲ ਬੰਦੇ ਦੀ ਪ੍ਰੋਟੈਕਸ਼ਨ ਨਾ ਹੋਵੇ, ਹੱਥ ਨਾ ਹੋਵੇ, ਉਹ ਇਹ ਕੰਮ ਨਹੀਂ ਕਰ ਸਕਦੇ। ਜਿਹੜਾ ਅਸੀਂ ਲੜਕੀਆਂ ਦੇ ਤੁਸੀਂ ਆંકੜੇ ਦੱਸੇ ਨੇ, ਇਦੋਂ ਵੀ ਜ਼ਿਆਦਾ ਅਫਸੋਸਨਾਕ ਆંકੜੇ ਨੇ ਕਿ 2019 ਦੇ ਵਿੱਚ ਐਨਾਲਿਸਿਸ ਹੋਇਆ, ਇੰਡੀਆ ਟੂਡੇ ਮੈਗਜ਼ੀਨ ਨੇ ਛਾਪਿਆ ਕਿ ਤਕਰੀਬਨ 50% ਲੋਕ ਸਭਾ ਦੇ MP ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਉਹਨਾਂ ਦੇ ਵਿੱਚ ਉਹ MP ਬੈਠੇ ਨੇ ਜਿਨ੍ਹਾਂ ਦੇ ਖਿਲਾਫ ਮਰਡਰ ਕੇਸਿਸ ਨੇ, ਰੇਪ ਕੇਸਿਸ ਨੇ, ਡਿਕੋਇਟੀ ਕੇਸਿਸ ਨੇ, ਕ੍ਰਾਈਮ ਅਗੇਂਸਟ ਵੂਮਨ ਕੇਸਿਸ ਨੇ। ਔਰ ਸਾਰੇ ਹਿੰਦੁਸਤਾਨ ਦੇ ਵਿੱਚ ਤਕਰੀਬਨ 44% MLA ਦੇ ਖਿਲਾਫ ਵੀ ਕ੍ਰਿਮੀਨਲ ਕੇਸਿਸ ਨੇ, ਅਕੋਰਡਿੰਗ ਟੂ ਦ ਇਕਨੋਮਿਕ ਟਾਈਮਸ। 2009 ਤੋਂ 2019 ਤੱਕ 850% ਦੀ ਰਾਈਜ਼ ਹੋਈ ਹੈ ਲੋਕ ਸਭਾ ਦੇ MPs ਵਿੱਚ ਕ੍ਰਿਮੀਨਲ ਕੇਸਿਸ
ਵਾਲਿਆਂ ਦੀ, ਜਿਹਦੇ ਵਿੱਚੋਂ ਬੀਜੇਪੀ ਦੇ 21 MP ਤੇ MLAs ਨੇ, ਕਾਂਗਰਸ ਦੇ 16 ਨੇ। ਔਰ ਇਹੀ ਨਹੀਂ, ਜਿਹੜੇ ਕੈਂਡੀਡੇਟਸ ਨੇ ਲੋਕ ਸਭਾ ਦੀਆਂ ਸੀਟਾਂ ਦੇ ਲਈ ਇਲੈਕਸ਼ਨ ਲੜੀ, ਉਹਦੇ ਵਿੱਚ 231% ਇਨਕਰੀਜ਼ ਹੋਈ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਸੀ। ਇਹਦਾ ਮਤਲਬ ਹੈ ਕਿ ਸਾਡਾ ਪੋਲੀਟਿਕਸ ਦਾ ਜਿਹੜਾ ਇਦਾਰਾ ਹੈ ਉਹ ਕ੍ਰਾਈਮ ਦਾ ਗੜ੍ਹ ਬਣ ਰਿਹਾ ਹੈ ਔਰ ਬਣਿਆ ਹੋਇਆ ਰਾਦਰ। ਅਤੇ ਜੇ ਵਾੜ ਹੀ ਖੇਤ ਨੂੰ ਖਾਊਗੀ ਤਾਂ ਉਹਨੂੰ ਬਚਾਊਗਾ ਕੌਣ? ਦੂਸਰਾ ਸਵਾਲ ਇਹ ਹੈ, ਬਹੁਤ ਸਾਰੀਆਂ ਕੁੜੀਆਂ ਤਾਂ ਵੀ ਦੌੜਦੀਆਂ ਨੇ ਜਿੱਥੇ ਕਿ ਉਹਨਾਂ ਦੇ ਨਾਲ ਘਰੇਲੂ ਹਿੰਸਾ ਹੁੰਦੀ ਹੈ, ਖਾਸ ਤੌਰ 'ਤੇ ਮੈਰਿਡ ਔਰਤਾਂ ਦੇ ਨਾਲ। ਔਰ ਕਈ ਦਫਾ ਐਸੀਆਂ ਵੀ ਕੁੜੀਆਂ ਮੇਰੇ ਸੰਪਰਕ ਵਿੱਚ ਆਈਆਂ ਨੇ ਜਿਨ੍ਹਾਂ ਦੇ ਨਾਲ ਘਰ ਦੇ ਵਿੱਚ ਰਿਸ਼ਤੇਦਾਰਾਂ ਦੇ ਦੁਆਰਾ ਹੀ ਰੇਪ ਹੁੰਦੇ ਨੇ। ਇਹੋ ਜਿਹੇ ਮਾਹੌਲ ਦੇ ਵਿੱਚੋਂ ਵੀ ਕੁੜੀਆਂ ਅਤੇ ਔਰਤਾਂ ਦੌੜ ਸਕਦੀਆਂ ਨੇ, ਕਿਉਂਕਿ ਉਹਨਾਂ ਦੇ ਕੋਲ ਆਪਣੇ ਆਪ ਨੂੰ ਸਸਟੇਨ ਕਰਨ ਦਾ ਕੋਈ ਜ਼ਰੀਆ ਨਹੀਂ, ਕੋਈ ਕਮਾਈ ਦਾ ਜ਼ਰੀਆ ਨਹੀਂ। ਕਈ ਦਫਾ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਇਹ ਕੁੜੀ ਹੈ, ਇੱਕ ਇਹਦੀ ਆਹ ਪ੍ਰੋਬਲਮ ਹੈ, ਅਤੇ ਮੈਂ ਪੁਲਿਸ ਨੂੰ ਇਨਫੋਰਮ ਕਰਾਂ ਕਿ ਇਹਦੇ ਨਾਲ ਘਰ ਦੇ ਵਿੱਚ ਇਹ ਜ਼ਿਆਦਤੀ ਹੋ ਰਹੀ ਹੈ। ਫਿਰ ਉਸ ਤੋਂ ਨੈਕਸਟ ਕੁਐਸਚਨ ਆਉਂਦਾ ਹੈ ਕਿ ਜੇ ਪੁਲਿਸ ਨੂੰ ਇਨਫੋਰਮ ਕਰਾਂ ਤਾਂ ਇਸ ਕੁੜੀ ਨੂੰ ਸੇਫ ਹੋਮ ਦੇ ਵਿੱਚ ਲੈ ਕੇ ਜਾਣਾ ਪਏਗਾ। ਸਾਡੇ ਸੇਫ ਹੋਮ ਕਿੰਨੇ ਕੁ ਸੇਫ ਨੇ? ਬਿਲਕੁਲ, ਇਹ ਸਵਾਲ ਵੀ ਅਸੀਂ ਆਪਣੇ ਆਪ ਨੂੰ ਪੁੱਛਣਾ ਹੈ ਕਿ ਜੇ ਅਸੀਂ ਅਸਮਾਨ ਤੋਂ ਗਿਰਿਆ ਖਜੂਰ ਦੇ ਵਿੱਚ ਅਟਕਿਆ ਵਾਲੀ ਗੱਲ ਹੀ ਕਰਨੀ ਹੈ ਤਾਂ ਕੀ ਚੋਇਸ ਰਹਿ ਜਾਂਦੀ ਹੈ ਕੁੜੀਆਂ ਲਈ? ਕਿੱਥੇ ਲੈ ਕੇ ਜਾਈਏ ਉਹਨਾਂ ਨੂੰ? ਜਦ ਤੱਕ ਅਸੀਂ ਇਹ ਸੁਸਾਇਟੀ ਦਾ ਤਾਣਾ ਬਾਣਾ ਠੀਕ ਨਹੀਂ ਕਰਦੇ, ਔਰ ਦੂਸਰਾ ਜਦ ਤੱਕ ਅਸੀਂ ਕੁੜੀਆਂ ਦੇ ਵਿੱਚ ਇਹ ਕੌਨਫੀਡੈਂਸ ਨਹੀਂ ਬਣਾਉਂਦੇ, ਐਜ਼ ਪੇਰੈਂਟਸ ਮੈਂ ਕਹਿੰਦੀ ਹਾਂ, ਐਜ਼ ਟੀਚਰ ਮੈਂ ਕਹਿੰਦੀ ਹਾਂ, ਕਿ ਉਹ ਆ ਕੇ ਸਾਨੂੰ ਦੱਸ ਸਕਣ ਜੇ ਉਹਨਾਂ ਦੇ ਵਿੱਚ ਉਹਨਾਂ ਤੋਂ ਕੋਈ ਗਲਤੀ ਹੁੰਦੀ ਹੈ ਜਾਂ ਉਹ ਕਿਸੇ ਮੁਸੀਬਤ ਦੇ ਵਿੱਚ ਪੈਂਦੇ ਨੇ, ਉਦੋਂ ਤੱਕ ਅਸੀਂ ਆਪਣੀਆਂ ਬੱਚੀਆਂ ਨੂੰ ਕਿਵੇਂ ਬਚਾਵਾਂਗੇ? ਇੱਕ ਸਵਾਲ ਹੈਗਾ, ਜੇਕਰ ਅਸੀਂ ਮਿਡਲ ਕਲਾਸ ਦੀ ਤੁਸੀਂ ਗੱਲ ਕੀਤੀ ਤਾਂ ਮਿਡਲ ਕਲਾਸ ਦੇ ਬੱਚਿਆਂ ਦਾ ਗੋਲ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਅੱਗੇ ਜਾ ਕੇ ਕੀ ਕਰਨਾ ਹੈ। ਉਹ ਅਜਿਹੀਆਂ ਚਿੰਤਾ ਦੇ ਵਿੱਚ ਵੀ ਅਜਿਹੇ, ਜੇਕਰ ਅਸੀਂ ਕਹੀਏ ਤਾਂ ਅਜਿਹੇ ਜੰਜਾਲ 'ਚ ਹੀ ਫਸ ਜਾਂਦੇ ਹੋਣਗੇ। ਅਤੇ ਸਾਡੀ ਇਲੈਕਟ੍ਰੋਨਿਕ ਨੇ ਅੱਜ ਬਹੁਤ ਤਰੱਕੀ ਕੀਤੀ ਹੈ, ਸੋਸ਼ਲ ਸਾਈਟਾਂ ਤਰੱਕੀ ਕੀਤੀ, ਪਰ ਸੋਸ਼ਲ ਸਾਈਟਾਂ 'ਚ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਕੀ ਕੁਛ ਜਿਹੜਾ ਸਾਹਮਣੇ ਆ ਰਿਹਾ, ਉਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ। ਬਹੁਤ ਸਹੀ ਨੁਕਤਾ ਤੁਸੀਂ ਉਠਾਇਆ ਹੈ ਕਿ ਜਿਹੜੀਆਂ ਸੋਸ਼ਲ ਸਾਈਟਸ ਨੇ ਉਹਨਾਂ ਦੇ ਥਰੂ ਬੱਚੇ ਬੜੇ ਲੋਕਾਂ ਦੇ ਨਾਲ ਇਨ ਟੱਚ ਆਉਂਦੇ ਨੇ। ਇੱਕ ਤਾਂ ਇਹ ਵੀ ਇੱਕ ਬਿਮਾਰੀ ਹੈ ਕਿ ਬਹੁਤ ਜ਼ਿਆਦਾ ਟਾਈਮ ਉਹ ਸੋਸ਼ਲ ਸਾਈਟਸ 'ਤੇ ਗੁਜ਼ਾਰ ਰਹੇ ਨੇ, ਔਰ ਸਾਡੀ ਇੱਕ ਟ੍ਰੈਡੀਸ਼ਨਲ ਸੁਸਾਇਟੀ ਹੋਣ ਕਰਕੇ ਜਿੱਥੇ ਬੱਚਿਆਂ ਦਾ ਆਪਸ ਦੇ ਵਿੱਚ ਖੁੱਲ੍ਹੀ ਤਰ੍ਹਾਂ ਮਿਲਣਾ ਗਿਲਣਾ ਨਹੀਂ ਹੈ ਲੜਕਿਆਂ ਦਾ ਅਤੇ ਲੜਕੀਆਂ ਦਾ, ਉਹ ਫੇਸਬੁੱਕ ਵਰਗੀਆਂ ਸਾਈਟਸ 'ਤੇ ਅਤੇ ਹੋਰ ਸਾਈਟਸ ਦੇ ਥਰੂ ਉਹ ਰਿਸ਼ਤੇ ਬਣਾ ਰਹੇ ਨੇ। ਉਹਦੇ ਨਾਲ ਹੌਲੀ ਹੌਲੀ ਅਣਜਾਣ ਲੋਕਾਂ ਦੇ ਨਾਲ ਉਹ ਉਹਨਾਂ ਦੇ ਕਰੀਬ ਆ ਜਾਂਦੇ ਨੇ, ਉਹ ਵੀ ਬਹੁਤ ਡੇਂਜਰਸ ਹੈ। ਦੂਸਰਾ, ਇੰਨਾ ਮਾੜਾ ਹਾਲ ਹੈ ਸਾਡਾ ਫਿਊਚਰ ਪ੍ਰੋਸਪੈਕਟਸ ਦਾ ਯੂਥ ਦੇ ਲਈ। ਅਸੀਂ ਜਾਣਦੇ ਹਾਂ ਕਿ ਜੌਬਸ ਕਿੰਨੀਆਂ ਘੱਟ ਨੇ, ਬੱਚਿਆਂ ਨੂੰ ਕੁਛ ਦਿਸਦਾ ਹੀ ਨਹੀਂ ਕਿ ਅਸੀਂ ਪੜ੍ਹੀਏ, ਕਿਉਂ ਪੜ੍ਹੀਏ। ਮੋਟੀਵੇਸ਼ਨ ਹੋਣੀ ਚਾਹੀਦੀ ਹੈ ਨਾ, ਜਿੱਥੇ ਤੁਸੀਂ ਇੰਨੀ ਮਿਹਨਤ ਕਰਕੇ ਇੱਕ ਡਿਗਰੀ ਲੈਣੀ ਹੈ, ਤੁਹਾਨੂੰ ਅੱਗੇ ਕੁਛ ਤਾਂ ਦਿਖਣਾ ਚਾਹੀਦਾ ਹੈ ਵੀ ਮੇਰੇ ਲਈ ਆਹ ਓਪਨਿੰਗ ਹੈ, ਆਪਣੇ ABCD ਹੈ ਓਪਨਿੰਗਸ ਨੇ, ਜਿਹਦੇ ਕਰਕੇ ਮੈਂ ਅੱਜ ਜੇ ਮੈਂ ਮਿਹਨਤ ਕਰੂੰ ਤਾਂ ਕੱਲ੍ਹ ਮੈਨੂੰ ਉਹਦਾ ਅੱਗੇ ਹਾਸਲ ਹੋਊਗਾ। ਬੱਚੇ ਇਸ ਟਾਈਮ ਦੇ ਉੱਤੇ ਡਾਇਰੈਕਸ਼ਨਲੈਸ ਨੇ। ਪੰਜਾਬ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਇੱਕੋ ਹੀ ਜਗ੍ਹਾ ਦਿਖਦੀ ਹੈ, ਕੈਨੇਡਾ ਜਾਣ ਦੀ। ਇੱਕ ਭੇਡ ਚਾਲ ਵੀ ਬਣ ਗਈ ਹੈ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹ ਇੱਕ ਤਿਲਸਮੀ ਨਗਰੀ ਹੈ ਜਿੱਥੇ ਜਾ ਕੇ ਸਾਡੇ ਸਾਰੇ ਸੁਪਨੇ ਸਹੀ ਹੋ ਜਾਣੇ ਨੇ, ਜਿਹੜੀ ਕਿ ਗੱਲ ਸਹੀ ਨਹੀਂ ਹੈਗੀ। ਸੋ ਅਸੀਂ ਬੱਚਿਆਂ ਨੂੰ ਪੋਜ਼ੀਟਿਵ ਜਗ੍ਹਾ 'ਤੇ ਪਾਈਏ, ਉਹਨਾਂ ਨੂੰ ਦਿਖਾਈਏ ਕਿ ਤੁਹਾਡੇ ਲਈ ਅੱਗੇ ਆਊਟਲੈਟਸ ਹੈਗੇ ਨੇ, ਜੌਬ ਆਊਟਲੈਟਸ ਹੈਗੇ। ਦੂਸਰਾ, ਅਨਫੋਰਚੂਨੇਟਲੀ ਜਿਹੜੇ ਸਾਡੀ ਪੜ੍ਹਾਈ ਇਸ ਵੇਲੇ ਚੱਲ ਰਹੀ ਹੈ ਉਹ ਬੱਚਿਆਂ ਨੂੰ ਟ੍ਰੇਨ ਨਹੀਂ ਕਰ ਰਹੀ ਕਿਸੇ ਨਾ ਕਿਸੇ ਇੰਪਲੋਇਮੈਂਟ ਲਈ। ਡਿਗਰੀਆਂ ਲੈ ਕੇ ਵੀ
ਅਨਐਮਪਲੋਏਬਿਲਿਟੀ ਆਫ ਦੋਜ਼ ਡਿਗਰੀਜ਼ ਇਜ਼ ਵੈਰੀ ਹਾਈ ਕਿ ਜਦੋਂ ਉਹਨਾਂ ਨੂੰ ਰਿਕਰੂਟ ਕਰਨ ਆਉਂਦੇ ਨੇ ਲੋਕ, ਉਹ ਦੇਖਦੇ ਕਿ ਇਹਦੇ ਕੋਈ ਇੰਜੀਨੀਅਰਿੰਗ ਦੀ ਡਿਗਰੀ ਤਾਂ ਹੈ, ਪ੍ਰੈਕਟੀਕਲੀ ਹੈ ਨਹੀਂ, ਪ੍ਰੈਕਟੀਕਲੀ ਕੋਈ ਨੌਲੇਜ ਨਹੀਂ ਹੈ। ਇਹਦਾ ਮਤਲਬ ਕਿ ਪੱਧਰ ਸਾਡੀ ਪੜ੍ਹਾਈ ਦਾ, ਸਾਡੀ ਸਿੱਖਿਆ ਦਾ ਬਹੁਤ ਗਿਰ ਚੁੱਕਿਆ ਹੈ। ਸਕਿੱਲ ਟ੍ਰੇਨਿੰਗ ਕਹਿਣ ਨੂੰ ਇੰਟਰੋਡਿਊਸ ਕੀਤੀ ਹੈ ਸਰਕਾਰ ਨੇ, ਜੇ ਜਾ ਕੇ ਅਸੀਂ ਦੇਖੀਏ ਹਾਈ ਸਕੂਲਸ ਦੇ ਵਿੱਚ, ਉੱਥੇ ਪ੍ਰੈਕਟੀਕਲ ਲੈਬਸ ਤੱਕ ਨਹੀਂ ਹੈਗੀਆਂ ਸਕਿੱਲ ਟ੍ਰੇਨਿੰਗ ਦੇ ਲਈ। ਸਕਿੱਲ ਟ੍ਰੇਨਿੰਗ ਕਿਤਾਬਾਂ ਦੇ ਵਿੱਚੋਂ ਤਾਂ ਨਹੀਂ ਆਉਂਦੀ। ਸੋ ਕਿਤੇ ਅਸੀਂ ਜਿਹੜੇ ਸਾਡੇ ਲੋਕ ਨਾਇਕ ਨੇ, ਉਹ ਸਿਰਫ ਆਪਣੀ ਪਾਵਰ ਬਰਕਰਾਰ ਰੱਖਣ ਦੇ ਵਿੱਚ ਪੋਲੀਟੀਕਲ ਗੇਮਸ ਖੇਡਦੇ ਨੇ, ਅਤੇ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ ਕਿ ਸਾਡਾ ਰਾਜ ਗਰਕ ਰਿਹਾ, ਸਾਡਾ ਮੁਲਕ ਗਰਕ ਰਿਹਾ ਹੈਗਾ। ਤੁਸੀਂ ਉਹਨੂੰ ਚਾਹੇ ਜੋ ਮਰਜ਼ੀ ਪ੍ਰੋਪੀਗੇਟ ਕਰੀ ਜਾਓ, ਜਿਹੜੇ ਆંકੜੇ ਨੇ ਉਹ ਝੂਠ ਨਹੀਂ ਬੋਲਦੇ। ਦੀਵੇ ਥੱਲੇ ਹਨੇਰੇ ਵਾਲਾ ਕੰਮ ਹੈਗਾ ਵੀ ਸਰਕਾਰਾਂ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਨੇ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜਿਹੜੇ ਆંકੜੇ ਸਾਹਮਣੇ ਆਏ ਨੇ ਕ੍ਰਿਮੀਨਲ ਅਫੈਂਸ ਨੂੰ ਲੈ ਕੇ, ਵੀ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਨੇ, ਅਗਰ ਉਹਨਾਂ 'ਤੇ ਅਜਿਹਾ ਕੁਝ ਹੋਏਗਾ ਤਾਂ ਕੀ ਜਿਹੜੇ ਉਹ ਸਾਡੇ ਮਿਆਰ ਨੂੰ ਉੱਪਰ ਚੱਕਣਗੇ? ਬਿਲਕੁਲ ਸਹੀ ਗੱਲ ਹੈ। ਅਸੀਂ ਉਹ ਲੋਕ ਸਾਹਮਣੇ ਲਿਆਉਂਦੇ ਹਾਂ ਜਿਨ੍ਹਾਂ ਦਾ ਪਿੱਛੇ ਬੈਕਗਰਾਊਂਡ 10 ਨੰਬਰੀਆਂ ਵਾਲਾ, ਜਿਹੜੇ ਕੀ ਫਿਊਚਰ ਦੇ ਬਾਰੇ ਸੋਚਣਗੇ, ਕੀ ਉਹਨਾਂ ਦੀ ਵਿਜ਼ਨ ਹੋਏਗੀ। ਔਰ ਇਹਨਾਂ ਦੇ ਵਿੱਚੋਂ ਕੁਛ ਆંકੜੇ ਮੇਰੇ ਕੋਲੋਂ ਆਏ ਨੇ ਡਾਕਟਰਸ ਦੇ ਕੋਲੋਂ ਵੀ। ਸੋ ਉਹ ਵੀ ਦੱਸਦੇ ਨੇ ਕਿ ਛੋਟੀਆਂ ਉਮਰ ਦੀਆਂ ਕੁੜੀਆਂ ਜਿਨ੍ਹਾਂ ਦੇ ਉੱਤੇ ਲੋਕਾਂ 'ਤੇ ਪੋਕਸੋ ਐਕਟ ਲੱਗਣਾ ਚਾਹੀਦਾ, 15, 16, 17 ਈਅਰਸ, 15, 16, 17 ਕੁੜੀਆਂ, ਇਸ ਏਜ ਦੇ ਵਿੱਚ ਅਬੋਰਸ਼ਨ ਦਾ ਰੇਟ ਬੜਾ ਹਾਈ ਹੈ। ਔਰ ਉਹ ਸਾਡੇ ਸਾਹਮਣੇ ਹੀ ਹੈ, ਮਨੀਪੁਰ ਦੇ ਵਿੱਚ ਜੋ ਕੁਛ ਹੋਇਆ ਹੈ, ਉਹ ਕਿਹੜਾ ਮੁਲਕ ਇਸ ਚੀਜ਼ ਦੇ ਬਾਰੇ ਸ਼ਰਮ ਨਾਲ ਪਾਣੀ ਨਹੀਂ ਹੋਊਗਾ। ਜੋ ਸਾਡੇ ਉਨਾਓ 'ਚ ਹੋਇਆ, ਕਥੂਆ ਦੇ ਵਿੱਚ ਹੋਇਆ, ਹੁਣ ਪਿੱਛੇ ਜੇ ਫਿਰ ਇੱਕ ਵਹੀਕਲ ਦੇ ਵਿੱਚ ਰੇਪ ਹੋਇਆ ਦਿੱਲੀ ਦੇ ਵਿੱਚ। ਸਾਡੇ ਤਾਂ ਇਹ ਰੋਜ਼ ਦੀਆਂ ਗੱਲਾਂ ਨੇ। ਔਰ ਦੇਖੋ ਕਿੰਨੀ ਦੇਰ ਤੋਂ ਮੋਰਚਾ ਲਾ ਕੇ ਸਾਡੀਆਂ ਰੈਸਲਰਸ ਨੂੰ ਬੈਠਣਾ ਪਿਆ ਦਿੱਲੀ। ਔਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਬ੍ਰਿਜ ਭੂਸ਼ਣ, ਜਿਹੜਾ ਕਿ ਉਹਨਾਂ ਦਾ ਸਰਪ੍ਰਸਤ ਹੈਗਾ, ਜਿਹਨੂੰ ਉਹਨਾਂ ਦੀ ਭਲਾਈ ਦੇ ਬਾਰੇ ਸੋਚਣਾ ਚਾਹੀਦਾ, ਪ੍ਰੋਟੈਕਸ਼ਨ ਬਾਰੇ ਸੋਚਣਾ ਚਾਹੀਦਾ, ਉਹ ਬੰਦਾ ਹੀ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਸੀ। ਔਰ ਉਹ ਵੀ ਪੋਕਸੋ ਉਹਦੇ 'ਤੇ ਲੱਗਦਾ ਸੀ, ਬਟ ਇਮੀਡੀਏਟਲੀ ਉਹ ਕੁੜੀ ਨੂੰ ਉਹਨਾਂ ਨੇ ਕਿਸੇ ਤਰੀਕੇ, ਜਿਹੜੀ 18 ਤੋਂ ਛੋਟੀ ਸੀ, ਉਹਦੀ ਸਟੇਟਮੈਂਟ ਚੇਂਜ ਕਰਾਤੀ ਤਾਂ ਕਿ ਉਹਦੇ 'ਤੇ ਪੋਕਸੋ ਨਾ ਲੱਗ ਸਕੇ। ਬਿਲਕੀਸ ਬਾਨੋ ਦੇ ਜਿਹੜੇ ਰੇਪਿਸਟ ਸੀ, ਉਹ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਦੇ ਗਲਿਆਂ 'ਚ ਹਾਰ ਪਾਏ ਗਏ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਕੌਣ ਡਰੂਗਾ ਜਿਹੜਾ ਕਿ ਔਰਤਾਂ ਦੀ ਤਜਾਰਤ ਦੇ ਵਿੱਚ ਸ਼ਾਮਿਲ ਹੈ ਜਾਂ ਰੇਪਸ ਦੇ ਵਿੱਚ ਸ਼ਾਮਿਲ ਹੈ। ਬਿਕੋਜ਼ ਇੱਥੇ ਔਰਤਾਂ ਦੀ ਕੋਈ ਵਕਤ ਨਹੀਂ ਹੈ। ਇਹਨਾਂ ਦੀ ਮੂਰਤੀ ਬਣਾ ਕੇ ਰੱਖ ਦਿੱਤੀ ਜਾਂਦੀ ਹੈ ਸਾਡੇ ਮੁਲਕ ਦੇ ਵਿੱਚ, ਉਹਨੂੰ ਪੂਜ ਲਿਆ ਜਾਂਦਾ ਹੈ, ਕੰਜਕਾਂ ਨੂੰ ਪੂਜ ਲੈਂਦੇ ਹਾਂ ਸਾਲ 'ਚ ਇੱਕ ਵਾਰ, ਫਿਰ ਅਸੀਂ ਭੁੱਲ ਜਾਂਦੇ ਹਾਂ। ਫਿਰ ਅਸੀਂ ਉਹਨਾਂ ਨੂੰ ਜਿਵੇਂ ਭੇਡਾਂ, ਬੱਕਰੀਆਂ ਜਾਂ ਪਸ਼ੂ ਹੈਗੇ ਨੇ, ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਦੇ ਹਾਂ। ਬਿਲਕੁਲ ਮੈਡਮ, ਫਿਰ ਅਸੀਂ ਇਸ ਚੀਜ਼ ਨੂੰ ਕਿਵੇਂ ਲੋਕ ਅੱਗੇ ਆਉਣ, ਇਸ ਚੀਜ਼ ਨੂੰ ਕਿਵੇਂ ਦੂਰ ਕੀਤਾ ਜਾਵੇ? ਜਿਹੜਾ ਹੁਣ ਲਾਪਤਾ ਦੀ ਘਟਨਾਵਾਂ ਹੋਈਆਂ ਨੇ, ਮਾਪਿਆਂ ਨੂੰ ਅੱਗੇ ਆਉਣਾ ਚਾਹੀਦਾ, ਪ੍ਰਸ਼ਾਸਨ ਨੂੰ ਆਉਣਾ ਚਾਹੀਦਾ, ਸਰਕਾਰ ਨੂੰ ਕੁਝ ਕਦਮ ਚੱਕਣੇ ਚਾਹੀਦੇ ਨੇ, ਕਿਉਂਕਿ ਮਾਮਲਾ ਬਹੁਤ ਗੰਭੀਰ ਹੈ। ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਸਾਡਾ ਸੋਸ਼ਲ ਮੀਡੀਆ ਹੋਰ ਐਕਟਿਵ ਜ਼ਿਆਦਾ ਹੁੰਦਾ ਜਾ ਰਿਹਾ, ਅਤੇ ਮਾਮਲੇ ਘਟਣ ਦੇ ਬਜਾਏ ਹੋਰ ਵੀ ਵੱਧ ਸਕਦੇ ਨੇ। ਇਹਦੇ 'ਚ ਜੀ ਮੈਂ ਹੁਣ ਇਮੀਡੀਏਟਲੀ ਜਿਹੜੇ ਸਟੈਪਸ ਮੈਂ ਕਹਾਂਗੀ, ਕਿਉਂਕਿ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਦੇ ਪਾਵਰਸ ਨੇ, ਉਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ। ਮੈਂ ਇਹ ਚਾਹੁੰਦੀ ਹਾਂ ਕਿ ਸੁਸਾਇਟੀ ਦੇ, ਸਿਵਲ ਸੁਸਾਇਟੀ ਦੇ ਲੋਕ ਉਹ ਇਕੱਠੇ ਹੋਣ ਇਸ ਦੇ ਬਾਰੇ। ਸਭ ਤੋਂ ਪਹਿਲਾਂ ਤਾਂ ਉਹ ਇਸ ਨੂੰ ਛੁਪਾਉਣ ਤੋਂ ਨਾ ਕਰਨ, ਸ਼ਰਮ ਨਾ ਕਰਨ। ਜੇ ਕਿਸੇ ਦੇ ਘਰ 'ਚ ਇਸ ਤਰ੍ਹਾਂ ਦੀ ਵਾਰਦਾਤ ਹੈ, ਬਾਕੀਆਂ ਨਾਲ ਇਕੱਠੇ ਹੋਣ, ਇੱਕ ਸਿਵਲ ਮੂਵਮੈਂਟ ਬਣਾਈਏ ਅਸੀਂ ਕਿ ਅਸੀਂ ਲੱਭ ਕੇ ਛੱਡਣਾ ਜਿੱਥੇ ਵੀ ਕੋਈ ਬੱਚੀ ਗੁੰਮਸ਼ੁਦਾ ਹੈਗੀ ਜਾਂ ਨਹੀਂ ਉਹ ਲੱਭ ਰਹੀ, ਅਤੇ ਅਸੀਂ ਪ੍ਰੈਸ਼ਰ ਪਾਈਏ ਪੁਲਿਸ ਦੇ ਉੱਤੇ ਵੀ, ਅਤੇ ਨਾਲੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਲੋਕਲ, ਉਹਦੇ ਉੱਤੇ ਉਹਨੂੰ ਫੋਲੋ ਅਪ ਕਰੀਏ, ਰਲ ਕੇ ਕਰੀਏ। ਦੂਸਰਾ, ਅਸੀਂ ਸਕੂਲਾਂ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਇਹ ਦਿਖਾਈਏ ਕਿ ਕਿੰਨੇ ਖੌਫਨਾਕ ਅੱਗੇ ਰਿਜ਼ਲਟਸ ਹੋ ਸਕਦੇ ਨੇ ਇੱਕ ਸਿੰਪਲ ਜਿਹੀ ਦੋਸਤੀ ਜਿਹੜੀ ਸ਼ੁਰੂ ਹੁੰਦੀ ਹੈ ਉਹਦੇ ਤੋਂ।
ਜਾਂ ਇੱਕ ਸਿੰਪਲ ਜਿਹਾ ਜਿਹੜਾ ਕੋਈ ਤੁਹਾਨੂੰ ਕਸੌਲੀ ਲੈ ਜਾਂਦਾ ਹੈ ਹੋਟਲ ਦੇ ਵਿੱਚ ਖਾਣਾ ਖਿਲਾ ਦਿੰਦਾ ਹੈ, ਸਕੂਲਾਂ ਦੇ ਪੱਧਰ ਤੇ ਵੀ, ਯੂਨੀਵਰਸਿਟੀ ਦੇ ਪੱਧਰ ਤੇ ਵੀ, ਔਰ ਅਸੀਂ ਉਹਨਾਂ ਨੂੰ ਐਜੂਕੇਟ ਕਰੀਏ ਇਸ ਦੇ ਬਾਰੇ, ਔਰ ਇਹਦੇ ਬਾਰੇ ਅਸੀਂ ਡਾਕੂਮੈਂਟਰੀਜ਼ ਵੀ ਬਣਾਈਏ, ਬੱਚਿਆਂ ਨੂੰ ਇਸ ਦੇ ਬਾਰੇ ਸਮਝਾਈਏ, ਅਤੇ ਨਾਲੇ ਅਸੀਂ ਬੱਚਿਆਂ ਨੂੰ ਨੈਤਿਕ ਸਿੱਖਿਆ ਵੀ ਦਈਏ ਕਿ ਕਿਹੜੇ ਟਰੈਪਸ ਤੋਂ ਬਚਣਾ ਹੈ, ਮਟੀਰੀਅਲਿਜ਼ਮ ਤੋਂ ਕਿਵੇਂ ਬਚਣਾ ਹੈ। ਇਹਦੇ ਬਾਰੇ ਸਾਨੂੰ ਸਟੈਪਸ ਚੱਕਣੇ ਪੈਣਗੇ, ਔਰ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਜਿੱਥੇ ਵੀ ਕੋਈ ਬੱਚਾ ਇਹੋ ਜਿਹੀ ਸਿਚੁਏਸ਼ਨ 'ਚ ਹੈ ਜਿਹਦੇ ਬਾਰੇ ਉਹ ਆਪਣੇ ਮਾਪਿਓ ਨਾਲ ਗੱਲਾਂ ਕਰਦਾ ਵੀ ਡਰਦਾ ਹੈਗਾ, ਉਹਦੇ ਲਈ ਕਾਉਂਸਲਰਸ ਹੋਣੇ ਚਾਹੀਦੇ ਨੇ, ਸ਼ਾਇਦ ਉਹਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਜਾਣ। ਜੇਕਰ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਕੋਈ ਅਜਿਹੀ ਹੈਲਪ ਦੀ ਲੋੜ ਹੋਏ ਤਾਂ ਤੁਸੀਂ ਇਸ ਮਸਲੇ 'ਤੇ ਕਿਸੇ ਨਾਲ ਹੈਲਪ ਵੀ ਕਰ ਸਕਦੇ ਹੋ, ਜੇਕਰ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ। ਬਿਲਕੁਲ ਜੀ, ਮੈਂ ਆਲਰੇਡੀ ਕਰਦੀ ਹਾਂ, ਔਰ ਮੈਂ ਵੋਲੰਟਰੀ ਹੈਲਪ ਕਰਦੀ ਹਾਂ, ਔਰ ਫੋਨ ਦੇ ਉੱਤੇ ਵੀ ਟੈਲੀ ਕਾਉਂਸਲਿੰਗ ਵੀ ਕਰਦੀ ਹਾਂ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਅੱਗੇ ਆਉਣ ਤੋਂ ਸ਼ਰਮਾਉਂਦੀਆਂ ਨੇ, ਅਤੇ ਨਾਲੇ ਮੈਨੂੰ ਕਾਫੀ ਦੂਰ ਦੂਰ ਤੋਂ ਫੋਨਸ ਆਉਂਦੇ ਨੇ, ਅਤੇ ਮੈਂ ਆਪਣਾ ਫੋਨ ਪਬਲਿਕ ਵੀ ਕੀਤਾ ਹੋਇਆ ਹੈ ਐਜ਼ ਅ ਹੈਲਪਲਾਈਨ, ਸਾਈਕੋਲੋਜੀਕਲ ਹੈਲਪਲਾਈਨ ਜੀ। ਸੋ ਤੁਹਾਡਾ ਕੀ ਸੰਦੇਸ਼ ਕੀ ਹੈ ਮਾਪਿਆਂ ਨੂੰ, ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ? ਅਸੀਂ ਇੱਕ ਤੁਹਾਡਾ ਆਖਰੀ ਸੰਦੇਸ਼ ਲੈਣਾ ਚਾਹੁੰਦੇ ਹਾਂ ਜਿਸ ਦੇ ਨਾਲ, ਕਿਉਂਕਿ ਮਾਮਲਾ ਬਹੁਤ ਗੰਭੀਰ ਹੈਗਾ, ਜੇਕਰ ਤੁਸੀਂ ਇਸ ਨੂੰ ਇੰਨਾ ਜ਼ਿਆਦਾ ਗੰਭੀਰਤਾ ਨਾਲ ਲੈ ਰਹੇ ਤਾਂ ਹੋਰ ਵੀ ਜਿਹੜੇ ਸਮਾਜ ਸੇਵੀ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ। ਮਾਂ ਪਿਓ ਤੋਂ ਸ਼ੁਰੂ ਕਰੂੰਗੀ ਮੈਂ ਕਿ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਦਾ ਤੁਹਾਡਾ ਰਿਸ਼ਤਾ ਬੱਚੇ ਨਾਲ ਹੋਣਾ ਚਾਹੀਦਾ ਹੈ ਕਿ ਬੱਚਾ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕੇ। ਜੇ ਬੱਚੇ ਨੇ ਕੋਈ ਗਲਤੀ ਕਰ ਵੀ ਦਿੱਤੀ, ਕਿਉਂਕਿ ਬੱਚਿਆਂ ਦੀ ਉਮਰ ਐਸੀ ਹੁੰਦੀ ਹੈ, ਉਹਨਾਂ 'ਚ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੇਰੇ ਪੇਰੈਂਟਸ ਮੇਰੀ ਮਦਦ ਕਰਨਗੇ। ਇੰਨੀ ਸਟ੍ਰਿਕਟ ਨਾ ਹੋ ਬੱਚਿਆਂ ਦੇ ਨਾਲ ਕਿ ਉਹ ਤੁਹਾਡੇ ਕੋਲੋਂ ਚੋਰੀ ਕਰਨ, ਜੋ ਵੀ ਉਹ ਕਰਦੇ ਨੇ, ਅਤੇ ਤੁਹਾਡੇ ਨਾਲ ਉਹ ਕੁਛ ਵੀ ਸਾਂਝਾ ਕਰਨ ਤੋਂ ਡਰਨ। ਅਤੇ ਟੀਚਰਸ ਨਾਲ ਵੀ ਮੈਂ ਇਹੀ ਕਹੂੰਗੀ ਕਿ ਬੱਚਿਆਂ ਨਾਲ ਇੱਕ ਕਮਿਊਨੀਕੇਸ਼ਨ ਚੈਨਲ ਓਪਨ ਰੱਖੋ, ਔਰ ਸਕੂਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਟਰੈਪਸ ਦੇ ਬਾਰੇ ਆਗਾਹ ਕਰੋ, ਉਹਨਾਂ ਨੂੰ ਵਾਰਨ ਕਰੋ। ਔਰ ਜਿਹੜੀ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਹੈ, ਉਹਨਾਂ ਨੂੰ ਤਾਂ ਆਪਣੀਆਂ ਰਿਸਪੋਂਸਿਬਿਲਿਟੀਜ਼ ਪਤਾ ਹੀ ਨਹੀਂ। ਮੈਂ ਸਿਰਫ ਇੱਕ ਗੁਜ਼ਾਰਿਸ਼ ਉਹਨਾਂ ਨਾਲ ਕਰਨਾ ਚਾਹੂੰਗੀ ਕਿ ਸਾਡੀ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਮੈਂ ਵੀ ਇੱਕ ਐਕਸ ਆਫਿਸਰ ਹੈਗੀ ਹਾਂ, ਕਿ ਸਾਡੀ ਪਹਿਲੀ ਡਿਊਟੀ ਹੈਗੀ ਕੌਨਸਟੀਟਿਊਸ਼ਨ ਨੂੰ ਅਪਹੋਲਡ ਕਰਨਾ। ਸਾਡੀ ਪਹਿਲੀ ਡਿਊਟੀ ਹੈ ਆਪਣੇ ਰਾਜ ਅਤੇ ਆਪਣੇ ਮੁਲਕ ਦੇ ਹਿੱਤ ਵਿੱਚ ਕੰਮ ਕਰਨਾ, ਨਾ ਕਿ ਕੋਈ ਗਲਤ ਆਰਡਰ ਮੰਨਣਾ ਜਾਂ ਦਬਾਅ ਦੇ ਥੱਲੇ ਆ ਕੇ ਡਰਨਾ। ਉਹਦੇ ਲਈ ਜੇ ਸਾਨੂੰ ਕੋਈ ਕੀਮਤ ਦੇਣੀ ਵੀ ਪੈਂਦੀ ਹੈ ਅਤੇ ਉਹਦੇ 'ਚ ਕੋਈ ਹਰਜ਼ ਨਹੀਂ ਹੈ। ਜਿਹੜੇ ਸਾਡੇ ਸੈਨਿਕ ਜਾ ਕੇ ਦੁਸ਼ਮਣਾਂ ਦੀਆਂ ਗੋਲੀਆਂ ਖਾਂਦੇ ਨੇ, ਉਹ ਵੀ ਬਹੁਤ ਵੱਡਾ ਰਿਸਕ ਲੈਂਦੇ ਹੈ, ਅਸੀਂ ਵੀ ਲੈ ਸਕਦੇ ਹਾਂ ਆਪਣੀ ਡਿਊਟੀ ਦੀ ਲਾਈਨ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਸੋ ਇਹ ਸਾਡੇ ਨਾਲ ਮੈਡਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਵੀ ਦੱਸੇ ਨੇ ਕਿ ਅੱਜ ਕੱਲ੍ਹ ਜਿਹੜੇ ਮਾਪੇ ਹੈਗੇ ਨੇ ਉਹਨਾਂ ਨੂੰ ਆਪਣੇ ਬੱਚੇ ਨਾਲ ਫਰੈਂਕ ਹੋਣਾ ਪਏਗਾ, ਅਤੇ ਸਮਾਜ ਸੇਵੀ ਜਿਹੜੇ ਹੈਗੇ ਨੇ, ਜਿਹੜੇ ਆਪਣੇ ਆਪ ਨੂੰ ਇਸ ਜਿਹੜਾ ਅੱਜ ਦਾ ਜਿਹੜਾ ਇੱਕ ਗੰਦਲਾ ਸੱਚ ਹੈਗਾ ਉਸ ਦੇ ਪ੍ਰਤੀ ਜਿਹੜੀ ਆਵਾਜ਼ ਚੱਕਣਾ ਚਾਹੁੰਦੇ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਕਾਉਂਸਲਿੰਗ ਕਰਨੀ ਚਾਹੀਦੀ ਹੈ। ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਅਜਿਹੇ ਪ੍ਰੋਗਰਾਮ ਹੋਣੇ ਜ਼ਰੂਰ ਚਾਹੀਦੇ ਨੇ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।